ਬਚਿੱਤਰ ਨਾਟਕ ਗ੍ਰੰਥ ਮੌਜੂਦਾ ਨਾਮ ਦਸਮ ਗ੍ਰੰਥ ਵਿੱਚ ਦਰਜ ਰਚਨਾਵਾਂ ਦਾ ਵੇਰਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਨ 1967 ਵਿੱਚ ਛਪੀ ਗਿਆਨੀ ਮਹਿੰਦਰ ਸਿੰਘ ਰਤਨ ਦੀ ਸੋਧੀ ਹੋਈ ਭਾਈ ਜਵਾਹਰ ਸਿੰਘ ਕਿਰਪਾਲ ਸਿੰਘ ਐਂਡ ਕੰਪਨੀ ਅੰਮ੍ਰਿਤਸਰ ਦੀ ਛਪੀ ਦਸਮ ਗ੍ਰੰਥ ਦੀ 1428 ਪੰਨਿਆਂ ਦੀ ਬੀੜ ਵਿੱਚ ਦਰਜ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ। ਨੰਬਰ 1 ਜਾਪ ਪੰਨਾ 1 ਤੋਂ 10 ਤੱਕ। ਕੋਈ ਸਮਾਪਤੀ ਸੰਕੇਤ ਨਹੀਂ ਕਿ ਅਖੀਰਲੀਆਂ ਪੰਕਤੀਆਂ ਸੋਧਕ ਕਮੇਟੀ ਨੇ ਕੱਟ ਦਿੱਤੀਆਂ। ਸ਼ਿਵ ਪੁਰਾਣ ਵਿੱਚ ਸ਼ਿਵ ਮਹਾਕਾਲ ਦੀ ਉਸਤਤ ਵਿੱਚ ਲਿਖੇ ਸ਼ਿਵ ਸਹਸਤਰਨਾਮਾ ਤੇ ਆਧਾਰਿਤ ਕਾਲ ਕਾਲੈ ਨਮੋ ਸਤੁਤੇ ਨਮੋ ਕਾਲ ਕਾਲੇ ਇਸ ਰਚਨਾ ਵਿੱਚ ਵਰਤੇ ਗਏ ਕੁਝ ਲਫ਼ਜ਼ ਹਕਾਇਤਾਂ ਤ੍ਰਿਆ ਚਰਿੱਤਰ ਫਾਰਸੀ ਵਿੱਚ ਵਰਤੇ ਗਏ ਹਨ। ਨੰਬਰ 2 ਪੰਨਾ 11 ਤੋਂ 38 ਤੱਕ। ਉੱਪਰ ਲਿਖੀ ਬੀੜ ਵਿੱਚ ਇਸ ਰਚਨਾ ਦਾ ਕੋਈ ਸਿਰਲੇਖ ਨਹੀਂ, ਪਰ ਬਾਅਦ ਵਿੱਚ ਛਪੀਆਂ ਬੀੜਾਂ ਵਿੱਚ ਕਿਸੇ ਗੁਰੂ ਦੋਖੀ ਨੇ ਸਿਰਲੇਖ ਅਕਾਲ ਉਸਤਤ ਛਾਪ ਦਿੱਤਾ ਹੈ। ਮੰਗਲਾਚਰਨ ਸਰਬ ਕਾਲ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਾ ਹਮਨੇ ਇੱਕ ਓੰਕਾਰ ਨਾਲ ਜੋੜਨ ਵਾਲਾ ਨਹੀਂ। ਇਸ ਰਚਨਾ ਦੇ 20 ਛੰਦਾਂ 211 ਤੋਂ 230 ਦੀ ਆਖਰੀ ਪੰਕਤੀ ਜੈ ਜੈ ਹੋਸੀ ਮਹਿਖਾ ਸੁਰ ਮਰਦਨ ਦੇਵੀ ਦੁਰਗਾ ਦੀ ਜੈ ਜੈਕਾਰ ਕਰਨ ਵਾਲੀ ਰਚਨਾ ਅਕਾਲ ਉਸਤਤ ਨਹੀਂ ਬਲਕਿ ਕਾਲ ਉਸਤਤ ਅਰਥਾਤ ਦੇਵੀ ਉਸਤਤ ਹੈ। ਨੰਬਰ 3 ਪੰਨਾ 39 ਤੋਂ 73 ਤੱਕ। ਬਚਿੱਤਰ ਨਾਟਕ ਗ੍ਰੰਥ ਲਿਖਿਤੇ ਪੰਨਾ 73 ਤੇ ਲਿਖਿਆ ਕਵੀਆਂ ਦੇ ਇਸ਼ਟ ਦਾ ਸਰੂਪ ਦੇਵੀ ਦੇਵਤਾ ਹਨ। ਸਰਬ ਕਾਲ ਹੈ ਪਿਤਾ ਅਪਾਰਾ ਦੇਵ ਕਾਲ ਕਾ ਮਾਤ ਹਮਾਰਾ। ਪਾਠਕ ਜ਼ਰੂਰ ਨੋਟ ਕਰਨ। ਨੰਬਰ 4 ਪੰਨਾ 74 ਤੋਂ 99 ਤੱਕ। ਅਥ ਚੰਡੀ ਚਰਿੱਤਰ ਉਕਤ ਬਿਲਾਸ ਸਮਾਪਤੀ ਸੰਕੇਤ ਇਤ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿੱਤਰ ਉਕਤ ਬਿਲਾਸ ਤੋਂ ਸਪਸ਼ਟ ਹੈ ਕਿ ਇਸ ਰਚਨਾ ਦਾ ਆਧਾਰ ਗ੍ਰੰਥ ਮਾਰਕੰਡੇ ਪੁਰਾਣ ਜੋ ਕਿ ਦੇਵੀ ਦੁਰਗਾ ਦੇ ਅਨੇਕਾਂ ਅਵਤਾਰਾਂ ਦਾ ਕਥਾ ਗ੍ਰੰਥ ਹੈ। ਪ੍ਰਸੰਗਾਂ ਦੀ ਤਰਤੀਬ ਸਾਫ਼ ਦੱਸਦੀ ਹੈ ਕਿ ਹੂਬਹੂ ਨਕਲ ਕੀਤੀ ਹੈ। ਵੇਖੋ ਅੰਤਕਾ ਨੰਬਰ 1 ਦੀ ਤਾਲਕਾ ਦੇ ਪੰਨਿਆਂ ਦੇ ਨੰਬਰ। ਨੰਬਰ 5 ਪੰਨਾ 99 ਤੋਂ 119 ਤੱਕ। ਇਸ ਰਚਨਾ ਦਾ ਸਮਾਪਤੀ ਸੰਕੇਤ ਇਤ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿੱਤਰੇ ਉਸਤਤ ਸਪਸ਼ਟ ਕਰਦਾ ਹੈ ਕਿ ਦੇਵੀ ਚੰਡੀ ਦੁਰਗਾ ਭਵਾਨੀ ਭਗਉਤੀ ਕਾਲਕਾ ਦੀ ਉਸਤਤ ਹੈ। ਉੱਪਰ ਲਿਖੇ ਪੰਨਾ 74 ਤੋਂ 99 ਤੱਕ ਦੇ ਪ੍ਰਸੰਗਾਂ ਨੂੰ ਦੁਹਰਾਇਆ ਗਿਆ ਹੈ। ਨੰਬਰ 6 ਪੰਨਾ 119 ਤੋਂ 127 ਤੱਕ। ਪੁਰਾਤਨ ਬੀੜਾਂ ਵਿੱਚ ਸਰਲੇਖਵਾਰ ਦੁਰਗਾ ਕੀ ਪਰ ਹੁਣ ਵਾਰ ਸ੍ਰੀ ਭਗਉਤੀ ਜੀ ਕੀ। ਇਹ ਵਾਰ ਚੰਡੀ ਦੀ ਵਾਰ ਕਰਕੇ ਪ੍ਰਸਿੱਧ ਹੈ। ਇਸ ਦਾ ਮਜ਼ਮੂਨ ਹੂਬਹੂ ਉੱਪਰ ਲਿਖੀਆਂ ਚੰਡੀ ਦੀਆਂ ਦੋਹਾਂ ਰਚਨਾਵਾਂ ਵਾਲਾ ਹੈ। ਇਸ ਰਚਨਾ ਦਾ ਸਮਾਪਤੀ ਸੰਕੇਤ ਇਤ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤ ਸੁਭਮ ਸਤ। ਇਸ ਵਾਰ ਦੀ ਪਹਿਲੀ ਪੌੜੀ ਪ੍ਰਥਮ ਭਗਉਤੀ ਸਿਮਰ ਕੇ ਮੌਜੂਦਾ ਅਰਦਾਸ ਦਾ ਮੁਖੜਾ ਹੈ, ਪਰ ਆਖਰੀ ਪੌੜੀ ਨੰਬਰ 55 ਦੀ ਪੰਕਤੀ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਤੋਂ ਸਾਫ਼ ਜ਼ਾਹਰ ਹੈ ਕਿ ਸਭੇ ਪੌੜੀਆਂ ਦੁਰਗਾ ਦੇਵੀ ਦੀ ਉਸਤਤ ਕਰਦੀਆਂ ਹਨ। ਨੰਬਰ 7 ਪੰਨਾ 127 ਤੋਂ 155 ਤੱਕ। ਸਰਲੇਖ ਅਥ ਗਿਆਨ ਪ੍ਰਬੋਧ ਗ੍ਰੰਥ ਲਿਖਤੇ। ਇਸ ਰਚਨਾ ਦੇ ਆਖਰੀ ਛੰਦ ਰੁਆਲ ਛੰਦ ਦੇ ਸਵਈਆ ਨੰਬਰ 333 35 ਸਪਸ਼ਟ ਕਰਦੇ ਹਨ ਕਿ ਦੇਵੀ ਦੁਰਗਾ ਨੇ ਚਿਛੁਰ ਬਿਰਾੜ ਧੂਲ ਕਰਨ ਆਦਿ ਦੈਂਤਾਂ ਨੂੰ ਮਾਰ ਕੇ ਚੰਗੀ ਤਰ੍ਹਾਂ ਮਿਥੀ ਵਿਧੀ ਅਨੁਸਾਰ ਦੈਂਤ ਮੇਦ ਜੱਗ ਕੀਤਾ ਅਰਥਾਤ ਮਾਰਕੰਡੇ ਪੁਰਾਣ। ਇਹ ਰਚਨਾ ਵੀ ਦੇਵੀ ਦੁਰਗਾ ਬਾਰੇ ਗਿਆਨ ਅਤੇ ਦੈਂਤ ਮੇਦ ਜੱਗ ਦੀ ਵਿਧੀ ਸਮਝਾ ਰਹੀ ਹੈ। ਕੋਈ ਗੁਰਮਤਿ ਗਿਆਨ ਇਹ ਰਚਨਾ ਨਹੀਂ ਦੇ ਰਹੀ। ਨੰਬਰ 8 ਪੰਨਾ 155 ਤੋਂ 254 ਤੱਕ। ਅਬ 24 ਅਵਤਾਰ ਕਥਨੰ
ਪਾਤਸ਼ਾਹੀ 10ਵੀਂ ਚੌਪਈ ਬਰਨਤ ਸਿਆਮ ਜਥਾ ਮਤ ਭਾਈ। ਨੋਟ, ਇਹ ਮੁੱਢਲੀ ਚੌਪਈ ਸਪਸ਼ਟ ਕਰਦੀ ਹੈ ਕਿ ਸਿਆਮ ਕਵੀ ਨੂੰ ਹੀ ਪਾਤਸ਼ਾਹੀ 10 ਲਿਖਿਆ ਗਿਆ ਹੈ। ਇੰਨਾ ਵੱਡਾ ਧੋਖਾ। ਇਸ ਰਚਨਾ ਦਾ ਆਧਾਰ ਗ੍ਰੰਥ ਸ੍ਰੀਮਦ ਭਾਗਵਤ ਪੁਰਾਣ ਹੈ, ਜਿਸ ਵਿੱਚ ਵਿਸ਼ਨੂੰ ਦੇ 24 ਅਵਤਾਰਾਂ ਮੱਛ, ਕੱਛ, ਨਰ ਨਾਰਾਇਣ, ਮਹਾਮੋਹਨੀ ਅਵਤਾਰ, ਵਾਰਾ, ਨਰਸਿੰਘ, 52 ਅਵਤਾਰ, ਪਰਸਰਾਮ ਅਵਤਾਰ, ਬ੍ਰਹਮਾ ਅਵਤਾਰ, ਰੁਦਰ ਅਵਤਾਰ, ਜਾਲੰਧਰ ਅਵਤਾਰ, ਵਿਸ਼ਨ ਅਵਤਾਰ, ਮਦ ਕੈਡਬ ਬੱਧ, 14ਵਾਂ ਅਵਤਾਰ ਵਿਸ਼ਨ, ਅਰਹੰਤ ਦੇਵ ਅਵਤਾਰ, ਮਨ ਰਾਜਾ ਅਵਤਾਰ, ਧਨੰਤਰ ਵੈਦ ਅਵਤਾਰ, ਸੂਰਜ ਅਵਤਾਰ, ਚੰਦਰ ਅਵਤਾਰ ਅਤੇ 20ਵਾਂ ਰਾਮ ਅਵਤਾਰ ਦਾ ਜ਼ਿਕਰ ਹੈ। ਸਮਾਪਤੀ ਸੰਕੇਤ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਧਿਆਏ ਸਮਾਪਤਮ, ਹਰ ਧਿਆਏ ਦੇ ਅੰਤ ਵਿੱਚ ਹੈ। ਨੰਬਰ 9 ਪੰਨਾ 254 ਤੋਂ 570 ਤੱਕ। ਅਬ ਕ੍ਰਿਸ਼ਨਾਵਤਾਰ 21ਵਾਂ ਕਥਨੰ। ਸਰਲੇਖ ਹੇਠ 317 ਪੰਨੇ ਵਿਸ਼ਨੂੰ ਦੇ 21ਵੇਂ ਅਵਤਾਰ ਕ੍ਰਿਸ਼ਨ ਅਵਤਾਰ ਨੂੰ ਸਮਰਪਿਤ ਹਨ। 11,092 ਛੰਦਾਂ ਦੀ ਰਚਨਹਾਰੇ ਕਵ ਸਿਆਮ ਮੁਤਾਬਕ ਇਹ ਰਚਨਾ ਸ੍ਰੀਮਦ ਭਾਗਵਤ ਪੁਰਾਣ ਦਾ 10ਵਾਂ ਸਕੰਦ 10ਵਾਂ ਕਾਂਡ ਦੀ ਹੂਬਹੂ ਨਕਲ ਹੈ। ਵੇਖੋ ਅੰਤਕਾ ਨੰਬਰ 2 ਵਿੱਚ ਦੋਹਾਂ ਗ੍ਰੰਥਾਂ ਦੇ ਪੰਨਿਆਂ ਦੇ ਨੰਬਰ ਤੇ ਪ੍ਰਸੰਗ ਤਰਤੀਬ। ਸਮਾਪਤੀ ਸੰਕੇਤਾਂ ਇਤ ਸ੍ਰੀ 10ਵੇਂ ਸਕੰਦੇ ਪੁਰਾਣ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਵਿਸ਼ਨੂੰ ਅਵਤਾਰਾਂ ਦੇ ਪ੍ਰਸੰਗਾਂ ਦਾ ਆਧਾਰ ਸ੍ਰੀਮਦ ਭਾਗਵਤ ਪੁਰਾਣ ਹੀ ਹੈ। ਗੋਪੀ ਚੀਰ ਹਰਨ ਦੀ ਕਥਾ ਵਿੱਚ ਅਸ਼ਲੀਲਤਾ ਸਾਫ਼ ਝਲਕਦੀ ਹੈ। ਲਖਾਰੀ ਦੀ ਕਵੀ ਛਾਪ ਕਬ ਸਿਆਮ ਭਨੇ ਸਭ ਤੋਂ ਵੱਧ ਇਸੇ ਰਚਨਾ ਵਿੱਚ ਹੈ। ਸ਼ੁਰੂ ਵਿੱਚ ਕਵੀ ਆਪਣੇ ਇਸ਼ਟ ਚੰਡੀ ਨੂੰ ਅਬ ਦੇਵੀ ਜੂ ਕੀ ਉਸਤਤ ਕਥਨੰ ਨਹੀਂ ਭੁੱਲਦਾ। ਸਾਰੇ ਪਾਤਰਾਂ ਨੂੰ ਦੇਵੀ ਪੂਜਕ ਸਿੱਧ ਕਰਦਾ ਹੈ। ਸਵਈਆ ਮੈਂ ਨਾ ਗਣੇਸ਼ੈ ਪ੍ਰਥਮ ਮਨਾਉ ਉਚਾਰਦਾ ਹੋਇਆ ਮਹਾਕਾਲ ਰਖਵਾਰ ਹਮਾਰੋ, ਦੇਵਤਾ ਮਹਾਕਾਲ ਦੇ ਲੜ ਹੀ ਲਾਉਂਦਾ ਹੈ। ਤ੍ਰਿਆ ਚਰਿੱਤਰ ਨੰਬਰ 266 ਦਾ ਅਖੀਰਲਾ ਦੋਹਰਾ ਮਹਾਕਾਲ ਕੋ ਸਿੱਖ ਕਰ ਮੰਦਰਾ ਭਾਂਗ ਪਿਆਵੇ ਸਿੱਧ ਕਰਦਾ ਹੈ ਕਿ ਮਹਾਕਾਲ ਦਾ ਅਰਥ ਵਾਹਿਗੁਰੂ ਜਾਂ ਅਕਾਲ ਪੁਰਖ ਨਹੀਂ, ਕਿਉਂਕਿ ਵਾਹਿਗੁਰੂ ਜਪਣ ਵਾਲਿਆਂ ਨੂੰ ਭੰਗ, ਸ਼ਰਾਬ ਆਦਿਕ ਨਸ਼ੇ ਵਰਤਣ ਦੀ ਸਖਤ ਮਨਾਹੀ ਹੈ। ਜਥਾ ਗੁਰਵਾਕ ਅੰਮ੍ਰਿਤ ਕਾ ਵਾਪਾਰੀ ਹੋਵੇ, ਕਿਆ ਮਦ ਛੂਛੇ ਭਾਉ ਤਰੇ। ਗੁਰੂ ਗ੍ਰੰਥ ਸਾਹਿਬ ਪੰਨਾ 360। ਨੰਬਰ 10 ਪੰਨਾ 570 ਤੋਂ 611 ਤੱਕ। ਵਿਸ਼ਨੂੰ ਦੇ 22ਵੇਂ ਨਰ ਅਵਤਾਰ, 23ਵੇਂ ਬੁੱਧ ਅਵਤਾਰ, 24ਵੇਂ ਨਿਹਕਲੰਕੀ ਅਵਤਾਰ ਅਤੇ ਮਹਿੰਦੀ ਅਵਤਾਰ 5ਵਾਂ ਦਾ ਜ਼ਿਕਰ ਹੈ। ਆਧਾਰ ਗ੍ਰੰਥ ਸ੍ਰੀਮਦ ਭਾਗਵਤ ਪੁਰਾਣ ਹੈ। ਸਮਾਪਤੀ ਸੰਕੇਤ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਚਤੁਰਬਿਸਤ ਕਲਕੀ ਅਵਤਾਰ ਵਰਣਨ ਸਮਾਪਤੰ। ਸਵਈਆ ਛੰਦ ਦੇ ਛੰਦ ਨੰਬਰ 141 ਤੋਂ 156 ਤੱਕ ਦੀ ਆਖਰੀ ਪੰਕਤੀ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ, ਅਰਥਾਤ ਇਸ ਸੰਭਲ ਸ਼ਹਿਰ ਦੇ ਭਲੇ ਭਾਗ ਹਨ ਜਿੱਥੇ ਕਲਕੀ ਅਵਤਾਰ ਇਸ ਸ਼ਹਿਰ ਦੇ ਹਰ ਮੰਦਰ ਵਿੱਚ ਆਉਣਗੇ। ਸੰਭਲ ਦਾ ਰਾਜਾ ਸ਼ੂਦਰ ਸੀ ਅਤੇ ਕਲਕੀ ਅਵਤਾਰ ਹਰਜੂ ਸਾਰੇ ਸ਼ੂਦਰਾਂ ਦੇ ਵਿਨਾਸ਼ ਲਈ ਅਤੇ ਉੱਚ ਜਾਤੀਏ ਲੋਕਾਂ ਨੂੰ ਸੁਚੇਤ ਕਰਨ ਲਈ ਆਇਆ ਹੈ। ਛੰਦ 169। ਨੰਬਰ 11 ਪੰਨਾ 611 ਤੋਂ 635 ਤੱਕ। ਅਥ ਬ੍ਰਹਮਾ ਅਵਤਾਰ ਕਥਨੰ। ਸਮਾਪਤੀ ਸੰਕੇਤ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸਮਾਪਤੋ ਅਵਤਾਰ ਬ੍ਰਹਮਾ ਕਾਲਦਾਸ ਸਮਾਪਤਮ। ਇਸ ਰਚਨਾ ਵਿੱਚ ਲਿਖਿਆ ਹੈ ਕਿ ਕਾਲ ਨੇ ਬ੍ਰਹਮਾ ਨੂੰ 7 ਅਵਤਾਰ ਧਾਰਨ ਦੀ ਆਗਿਆ ਦਿੱਤੀ। ਵਾਲਮੀਕ, ਕਸ਼ਪ, ਸ਼ੁਕਰ, ਬਚੇਸ, ਬਿਆਸ, ਖਸ਼ਟਰਿਖ ਤੇ 7ਵਾਂ ਕਾਲਦਾਸ ਅਵਤਾਰਾਂ ਦਾ ਜ਼ਿਕਰ ਹੈ। ਨੰਬਰ 12 ਪੰਨਾ 635 ਤੋਂ 709 ਤੱਕ। ਅਥ ਰੁਦਰ ਅਵਤਾਰ ਕਥਨੰ।
ਰਿਸ਼ ਅਤਰੀ ਦੀ ਇਸਤਰੀ ਨੇ ਪਤੀ ਦਾ ਧਿਆਨ ਧਰ ਕੇ ਆਪਣੇ ਸੱਜੇ ਹੱਥ ਨਾਲ ਖੱਬਾ ਹੱਥ ਰਗੜਿਆ ਤਾਂ ਦੱਤ ਪੁੱਤਰ ਪੈਦਾ ਹੋ ਗਿਆ। ਛੰਦ 34। ਸਮਾਪਤੀ ਸੰਕੇਤ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਦੱਤ ਮਹਾਤਮੇ। ਦੱਤ ਨੇ 24 ਗੁਰੂ ਧਾਰਨ ਕੀਤੇ। ਮਨ, ਮੱਕੜੀ, ਬਗੁਲਾ, ਬਿੱਲਾ, ਰੂਈ, ਧੁਨਖਤਾ, ਮਛਿਆਰਾ, ਚੇਰੀ, ਬੰਜਾਰਾ, ਕਾਸ਼ਨ, ਰਾਜਾ ਸੁਰਥ, ਲੜਕੀ, ਗੁੱਡੀ ਖੇਲਤੀ, ਸੇਵਕ ਭ੍ਰਿਤ, ਪਤੀ ਭਗਤ ਇਸਤਰੀ, ਬਾਨਗਰ, ਇੱਲ, ਦੁਧੀਰਾ, ਸ਼ਿਕਾਰੀ, ਨਲਨੀ ਸੁੱਕ, ਸ਼ਾਹ, ਤੋਤਾ ਪੜ੍ਹਾਉਣ ਵਾਲਾ, ਹਾਲ ਵਾਹੁਣ ਵਾਲਾ, ਜਸ਼ਨੀ ਨਾਰ, ਰਾਗ ਗਾਵਤੀ ਆਦਿ। ਰਚਨਾ ਦਾ ਲਖਾਰੀ ਕਵੀ ਸ਼ਿਆਮ ਪੜੋ। ਛੰਦ 498 ਹੈ। ਅੱਗੇ ਹੈ ਪਾਰਸਨਾਥ ਰੁਦਰ ਅਵਤਾਰ। ਪਾਰਸਨਾਥ ਨੇ ਦੇਵੀ ਚੰਡੀ ਤੋਂ ਸਾਰੇ ਵੇਦਾਂ ਦਾ ਗਿਆਨ, ਸਭ ਸ਼ਾਸਤਰ ਚਲਾ ਸਕਣ ਦਾ ਵਰ ਮੰਗਿਆ। ਕੋਈ ਸਮਾਪਤੀ ਸੰਕੇਤ ਨਹੀਂ ਲਿਖਿਆ। ਨੰਬਰ 13। ਪੰਨਾ 709 ਤੋਂ 717 ਤੱਕ। 10 ਸ਼ਬਦ ਰਾਗਾਂ ਵਿੱਚ 33 ਸਵਈਏ, ਜਿਨ੍ਹਾਂ ਦੀ ਸਮੁੱਚੇ ਤੌਰ ਤੇ ਕੋਹ ਕੀਤਿਆਂ ਸਪਸ਼ਟ ਹੁੰਦਾ ਹੈ ਕਿ ਸਿੱਖਾਂ ਨੂੰ ਕਾਲ ਉਸਤਤ, ਦੇਵੀ ਉਸਤਤ ਨਾਲ ਜੋੜਿਆ ਜਾ ਰਿਹਾ ਹੈ। 3 ਸਵਈਏ ਅਤੇ 1 ਦੋਹਰਾ। ਨੰਬਰ 14। ਪੰਨਾ 717 ਤੋਂ 808 ਤੱਕ। ਸ੍ਰੀ ਸਹਸਤਰ ਨਾਮ ਮਾਲਾ ਪੁਰਾਣ ਲਿਖਤੇ। ਸ਼ੁਰੂਆਤ ਭਗਉਤੀ ਉਸਤਤ ਨਾਲ, ਕਿਉਂਕਿ ਇਹ ਸ਼ਸਤਰ ਦੇਵੀ ਭਗਵਤੀ ਦੁਰਗਾ ਨੇ ਹੱਥਾਂ ਵਿੱਚ ਫੜੇ ਹੋਏ ਹਨ। ਵੇਖੋ ਦੁਰਗਾ ਦੀ ਤਸਵੀਰ। ਸ਼ਾਸਤਰਾਂ ਨੂੰ ਪੀਰ ਮੰਨ ਕੇ ਸ਼ਾਸਤਰਾਂ ਦੀ ਉਸਤਤ ਕਰਦਿਆਂ ਕਾਲ ਤੁਹੀਂ, ਕਾਲੀ ਤੁਹੀਂ ਜਪਣ। ਦੇਵੀ ਪੂਜਾ ਨਾਲ ਆਤਮਿਕ ਜੀਵਨ ਉੱਚਾ ਨਹੀਂ ਹੋਣਾ। ਨੰਬਰ 15। ਪੰਨਾ 809 ਤੋਂ 1388 ਤੱਕ। ਆਤ ਪਖਿਆਨ ਚਰਿੱਤਰ ਲਿਖਤੇ। ਦੇਵੀ ਪੂਜਕ ਲਖਾਰੀ ਨੇ ਸ਼ੁਰੂਆਤ ਦੇਵੀ ਉਸਤਤ ਚੰਡੀ ਚਰਿੱਤਰ ਨਾਲ ਕੀਤੀ। ਪੰਨਾ 810 ਤੇ ਲਿਖਿਆ। ਕਾਲ ਦਾ ਸਰੂਪ ਖਾਸ ਤੌਰ ਤੇ ਧਿਆਨ ਨਾਲ ਪੜ੍ਹਿਆ ਤੇ ਸਮਝਿਆ ਜਾਵੇ। ਰਚਨਹਾਰੇ ਕਵੀ ਸ਼ਿਆਮ, ਕਵੀ ਰਾਮ, ਕਵ ਕਾਲ ਨਾਮਕ ਕਵੀਆਂ ਦੀ ਕਵੀ ਛਾਪ ਤਖੱਲਸ ਅਨੇਕਾਂ ਥਾਈਂ ਮਿਲਦੀ ਹੈ। ਚਰਿੱਤਰ 266 ਦਾ ਆਖਰੀ ਦੋਹਰਾ ਮਹਾਕਾਲ ਦਾ ਸਿੱਖ ਛਲ ਕਪਟ ਕਰਕੇ ਭੰਗ ਤੇ ਸ਼ਰਾਬ ਪਿਲਾ ਕੇ ਹੀ ਬਣਾਇਆ ਜਾਂਦਾ ਹੈ। ਆਖਰੀ ਤ੍ਰਿਆ ਚਰਿੱਤਰ ਨੰਬਰ 405 ਦੇ ਅਖੀਰ ਵਿੱਚ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਮਹਾਕਾਲ ਦੇ ਅੱਗੇ ਕੀਤੀ ਗਈ ਬੇਨਤੀ ਹੈ। ਅਨੇਕਾਂ ਚਰਿੱਤਰਾਂ ਵਿੱਚ ਅਸ਼ਲੀਲ ਭਾਸ਼ਾ, ਨਸ਼ੇ ਪ੍ਰੇਰਕ, ਨਾਜਾਇਜ਼ ਸਬੰਧ ਪ੍ਰੇਰਕ ਕਥਾਵਾਂ, ਕੇਸ ਨਾਸ਼ਕ ਤੇਲ ਵਰਤਣ ਦੀ ਵਿਧੀ ਦੱਸਣ ਵਾਲੀਆਂ ਕਥਾਵਾਂ ਉੱਕਾ ਹੀ ਗੁਰਬਾਣੀ ਸਿੱਖ ਸਿਧਾਂਤਾਂ ਦੇ ਵਿਰੁੱਧ ਹਨ। ਨੰਬਰ 16। ਪੰਨਾ 1399 ਤੋਂ 1394 ਤੱਕ। ਜ਼ਫਰਨਾਮਾ। ਇਸ ਰਚਨਾ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਤਾਰੀਫ ਵੀ ਕੀਤੀ ਗਈ ਹੈ ਕਿ ਤੂੰ ਸੁੰਦਰ ਸਰੂਪ ਵਾਲਾ, ਜਲਾਲ ਵਾਲਾ, ਚੰਗੀ ਜ਼ਮੀਰ ਵਾਲਾ, ਦੇਗ ਤੇਗ ਦਾ ਮਾਲਕ, ਬਖਸ਼ਿਸ਼ ਕਰਨ ਵਾਲਾ ਹੈ। ਤੇਰੀਆਂ ਦੇਵੀਆਂ ਵਰਗੀਆਂ ਸਿਫਤਾਂ ਹਨ। ਸ਼ੇਅਰ 99 ਤੋਂ 93 ਤੱਕ। ਜਰਾ ਸੋਚੀਏ, ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਵਰਗੇ ਜ਼ਾਲਮ ਹਾਕਮ ਦੀ ਵਡਿਆਈ ਕਿਉਂ ਕਰਨਗੇ? ਫਿਰ ਸ਼ੇਅਰ 46 ਅਤੇ 94 ਵਿੱਚ ਧਰਮ ਤੋਂ ਦੂਰ ਹੈ ਕਿਹਾ ਹੈ। ਆਪਾ ਵਿਰੋਧੀ ਬਿਆਨ ਕਿਵੇਂ? ਇਸ ਰਚਨਾ ਨੂੰ ਹਕਾਇਤ ਨੰਬਰ 1 ਕਰਕੇ ਲਿਖਿਆ ਹੈ। ਨੰਬਰ 17। ਪੰਨਾ 1394 ਤੋਂ 1428 ਤੱਕ। ਹਕਾਇਤਾਂ ਜ਼ਫਰਨਾਮਾ ਨਾਲ ਮਿਲਾ ਕੁੱਲ ਗਿਣਤੀ 12। ਮਜ਼ਮੂਨ ਤ੍ਰਿਆ ਚਰਿੱਤਰ ਹੀ ਹੈ। ਰਚਨਹਾਰਾ ਕਵੀ ਸ਼ਿਆਮ ਹੀ ਹੈ। ਕਵੀ ਸ਼ਿਆਮ ਫਾਰਸੀ ਜ਼ਬਾਨ ਜਾਣਦਾ ਹੈ। ਵੇਖੋ ਕ੍ਰਿਸ਼ਨ ਅਵਤਾਰ ਪੰਨਾ 497। ਪ੍ਰਸੰਗ ਕਾਲ ਜਮਨ ਦੈਤਬੱਧ। ਹਕਾਇਤ ਨੰਬਰ 5। ਪੰਨਾ 1406 ਦੀ ਕਹਾਣੀ ਅਤੇ ਚਰਿੱਤਰੋਪਖਿਆਨ 267। ਪੰਨਾ 1210 ਕਹਾਣੀ ਇੱਕੋ ਜਿਹੀ ਹੈ। ਠੀਕ ਇਸੇ ਤਰ੍ਹਾਂ ਹਕਾਇਤ ਨੰਬਰ 12 ਪੰਨਾ 1427 ਦੀ ਕਹਾਣੀ ਚਰਿੱਤਰੋਪਖਿਆਨ ਨੰਬਰ 221 ਪੰਨਾ 1131 ਦੀ ਕਹਾਣੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਨਸ਼ੇ ਵਰਤਣ ਲਈ ਉਕਸਾਉਣ ਵਾਲੀਆਂ ਰਚਨਾਵਾਂ। ਲਖਾਰੀਆਂ ਦੀ ਕਵੀ ਛਾਪ ਤੋਂ ਸਪਸ਼ਟ ਹੁੰਦਾ ਹੈ
ਕਿ ਇਸ ਗ੍ਰੰਥ ਦੇ ਰਚਨਹਾਰੇ ਚਰਿਤ੍ਰੋ ਪਖਿਆਨ ਆਦਿਕ ਦੇ ਲਿਖਾਰੀ ਕਵੀ ਸਿਆਮ, ਕਵੀ ਰਾਮ ਆਦਿਕ ਹਨ। ਇਨ੍ਹਾਂ ਹਕਾਇਤਾਂ ਦੇ ਲਿਖਾਰੀ ਵੀ ਇਹ ਕਵੀ ਹੀ ਹਨ, ਨਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ। ਇਸ਼ਟ ਦਾ ਸਰੂਪ, ਔਰਤ ਬਾਰੇ ਗਲਤ ਵਿਚਾਰਧਾਰਾ, ਲਿਖਾਰੀ ਭੁੱਲਣਹਾਰ, ਅਸ਼ਲੀਲ ਸ਼ਬਦਾਵਲੀ, ਭੰਗ ਸ਼ਰਾਬ ਪੀਣ ਬਾਰੇ, ਗੁਰਬਾਣੀ ਵਿਰੁੱਧ ਉਪਦੇਸ਼ ਆਦਿਕ ਪੱਖਾਂ ਨੂੰ ਵਿਚਾਰਿਆਂ ਸਪਸ਼ਟ ਹੋ ਜਾਂਦਾ ਹੈ ਕਿ ਸਾਰਾ ਗ੍ਰੰਥ ਗੁਰਮਤਿ ਵਿਰੋਧੀ ਕਵੀਆਂ ਦਾ ਰਚਿਆ ਹੋਇਆ ਹੈ। ਲੇਖਕ ਦਲਬੀਰ ਸਿੰਘ ਦਿੱਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।